हेलो डियर स्टूडेंट्स, वेलकम टू द यूट्यूब चैनल लर्न विद हरविंदर सर। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 7 ਦਾ ਲੈਸਨ ਨੰਬਰ 5 ਜਿਸ ਦਾ ਨਾਮ ਹੈ ਦ ਹੰਟਰ ਐਂਡ ਦ ਡੀਅਰ, ਸ਼ਿਕਾਰੀ ਅਤੇ ਹਿਰਨ। ਇਹ ਪਾਠ ਇੱਕ ਪੋਇਮ ਹੈ, ਇੱਕ ਕਵਿਤਾ ਹੈ ਤੇ ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਪੋਇਮ ਨੂੰ ਪੜਾਂਗੇ, ਸਮਝਾਂਗੇ ਤੇ ਇਸ ਤੋਂ ਬਾਅਦ ਇਸ ਦੇ ਕੁਐਸਚਨ ਆਨਸਰਸ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਤੇ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ। ਜਰਨੀ ਦਾ ਅਰਥ ਹੁੰਦਾ ਯਾਤਰਾ। ਪਲੀ ਦਾ ਅਰਥ ਹੁੰਦਾ ਬੇਨਤੀ ਜਾਂ ਇਮੋਸ਼ਨਲ ਰਿਕੁਐਸਟ ਵੀ ਤੁਸੀਂ ਕਹਿ ਸਕਦੇ ਹੋ। ਬਕ ਇੱਕ ਮੇਲ ਡੀਅਰ ਨਰ ਹਿਰਨ ਨੂੰ ਕਿਹਾ ਜਾਂਦਾ ਹੈ। ਡੋ ਫੀਮੇਲ ਡੀਅਰ ਨੂੰ ਕਿਹਾ ਜਾਂਦਾ ਹੈ। ਫੌਨ ਇੱਕ ਯੰਗ ਡੀਅਰ ਜਾਂ ਹਿਰਨ ਦੇ ਬੱਚੇ ਨੂੰ ਕਿਹਾ ਜਾਂਦਾ ਹੈ। ਤੇ ਬੀਸਟ ਦਾ ਅਰਥ ਹੁੰਦਾ ਦੈਂਤ ਜਾਂ ਰਾਖਸ਼। ਤੇ ਐਸੇ ਕਿ ਔਖੇ ਸ਼ਬਦਾਂ ਦੇ ਅਰਥ। ਹੁਣ ਅਸੀਂ ਪੋਇਮ ਨੂੰ ਪੜ੍ਹਦੇ ਹਾਂ। ਪੋਇਮ ਹੈ ਦ ਹੰਟਰ ਐਂਡ ਦ ਡੀਅਰ, ਸ਼ਿਕਾਰੀ ਅਤੇ ਹਿਰਨ। ਦ ਹੰਟਰ ਵੈਂਟ ਔਨ ਅ ਜਰਨੀ ਟੂ ਫਾਈਂਡ ਸਮ ਡੀਅਰ ਮੀਟ। ਤੇ ਇੱਕ ਸ਼ਿਕਾਰੀ ਯਾਤਰਾ ਵਿੱਚ ਗਿਆ, ਜੰਗਲ ਵਿੱਚ ਗਿਆ ਤਾਂ ਜੋ ਹਿਰਨ ਦਾ ਮਾਸ ਹੈ ਉਹ ਪ੍ਰਾਪਤ ਕਰ ਸਕੇ। ਡੀਅਰ ਮੀਟ ਦਾ ਅਰਥ ਹੁੰਦਾ ਹਿਰਨ ਦਾ ਮਾਸ। ਹੀ ਸੌ ਅ ਬਕ ਐਂਡ ਲੁਕਡ ਇਨਟੂ ਹਿਜ਼ ਆਈਜ਼। ਤੇ ਉਸਨੇ ਇੱਕ ਬਕ ਨੂੰ ਦੇਖਿਆ। ਬਕ ਹੁੰਦਾ ਹੈ ਨਰ ਹਿਰਨ, ਮੇਲ ਡੀਅਰ, ਤੇ ਉਸਨੇ ਇੱਕ ਮੇਲ ਡੀਅਰ ਨੂੰ ਦੇਖਿਆ ਅਤੇ ਉਸਨੇ ਉਸਦੀਆਂ ਅੱਖਾਂ ਵਿੱਚ ਦੇਖਿਆ। ਹੀ ਸੌ ਦ ਪਲੀ ਦ ਬਕ ਬੈਗਿੰਗ ਫॉर ਹਿਜ਼ ਲਾਈਫ। ਤੇ ਪਲੀ ਦਾ ਅਰਥ ਹੁੰਦਾ ਹੈ ਬੇਨਤੀ। ਤੇ ਸ਼ਿਕਾਰੀ ਨੇ ਹਿਰਨ ਦੀਆਂ ਅੱਖਾਂ ਵਿੱਚ ਆਪਣੀ ਜਾਨ ਬਖਸ਼ਾਉਣ ਲਈ ਬੇਨਤੀ ਦੇਖੀ ਕਿ ਸ਼ਿਕਾਰੀ ਨੂੰ ਇੰਝ ਲੱਗਿਆ ਜਿਵੇਂ ਹਿਰਨ ਉਸਨੂੰ ਬੇਨਤੀ ਕਰ ਰਿਹਾ ਕਿ ਮੇਰਾ ਸ਼ਿਕਾਰ ਨਾ ਕਰੋ। ਅ ਡੋ ਐਂਡ ਅ ਫੌਨ ਕੇਮ ਫਰੋਮ ਬਿਹਾਈਂਡ। ਤੇ ਪਿੱਛੋਂ ਦੀ ਡੋ ਫੀਮੇਲ ਡੀਅਰ ਅਤੇ ਫੌਨ ਹਿਰਨ ਦਾ ਬੱਚਾ ਉਹ ਵੀ ਆ ਗਏ। ਨੀਡਿੰਗ ਦ ਬਕ ਇਨ ਦੇਅਰ ਲਾਈਵਸ। ਤੇ ਡੋ ਅਤੇ ਫੌਨ ਨੂੰ ਵੀ ਆਪਣੇ ਜੀਵਨ ਵਿੱਚ, ਆਪਣੀ ਜ਼ਿੰਦਗੀ ਵਿੱਚ ਬਕ ਦੀ ਨੀਡ ਸੀ ਕਿਉਂਕਿ ਉਹ ਉਹਨਾਂ ਦੀ ਫੈਮਿਲੀ ਵਿੱਚੋਂ ਹੀ ਸੀ। ਦ ਹੰਟਰ ਨਿਊ ਵਟ ਹੀ ਕੇਮ ਫॉर ਐਂਡ ਰੇਜ਼ਡ ਹਿਜ਼ ਗਨ। ਤੇ ਸ਼ਿਕਾਰੀ ਨੂੰ ਪਤਾ ਸੀ ਕਿ ਉਹ ਕਿਸ ਕੰਮ ਲਈ ਆਇਆ ਅਤੇ ਉਸਨੇ ਆਪਣੀ ਬੰਦੂਕ ਚੁੱਕੀ। ਬਟ ਆਊਟ ਆਫ ਨੋਵੇਅਰ ਹੀ ਸੌ ਦ ਬਕਸ ਸਨ। ਤੇ ਫਿਰ ਉਸਨੂੰ ਹਿਰਨ ਦਾ ਬੱਚਾ ਨਜ਼ਰ ਆਇਆ। ਇਟ ਵਾਜ਼ ਕਿਊਟ ਟੂ ਸੇ ਦ ਲੀਸਟ। ਉਹ ਹਿਰਨ ਦਾ ਬੱਚਾ ਬਹੁਤ ਪਿਆਰਾ ਸੀ। ਐਂਡ ਇਫ ਹੀ ਕਿਲਡ ਦ ਬਕ ਹੀ'd ਫੀਲ ਲਾਈਕ ਅ ਬੀਸਟ। ਤੇ ਹੁਣ ਸ਼ਿਕਾਰੀ ਦੇ ਮਨ ਵਿੱਚ ਇਹ ਵਿਚਾਰ ਆਏ ਕਿ ਜੇ ਉਸਨੇ ਸ਼ਿਕਾਰ ਕੀਤਾ ਬਕ ਦਾ, ਜੇ ਉਸਨੇ ਹਿਰਨ ਨੂੰ ਮਾਰਿਆ, ਹਿਰਨ ਦਾ ਸ਼ਿਕਾਰ ਕੀਤਾ, ਤੇ ਉਸਨੂੰ ਆਪਣੇ ਆਪ ਨੂੰ ਇਹ ਲੱਗੂਗਾ ਕਿ ਉਹ ਇੱਕ ਬੀਸਟ ਹੈ, ਉਹ ਇੱਕ ਦਰਿੰਦਾ ਹੈ। The hunter looked at the deer again and something grew in him. ਤੇ ਸ਼ਿਕਾਰੀ ਨੇ ਹਿਰਨ ਨੂੰ ਦੁਬਾਰਾ ਤੋਂ ਦੇਖਿਆ ਤੇ ਉਸਦੇ ਮਨ ਵਿੱਚ ਕੁਝ ਉਪਜਿਆ। ਤੇ ਉਸਦੇ ਮਨ ਵਿੱਚ ਕੀ ਉਪਜਿਆ? ਉਸਦੇ ਮਨ ਵਿੱਚ ਦਇਆ ਭਾਵਨਾ ਪੈਦਾ ਹੋਈ ਤੇ ਉਸਦੇ ਮਨ ਵਿੱਚ ਆਇਆ ਕਿ ਉਹ ਹੁਣ ਸ਼ਿਕਾਰ ਨਹੀਂ ਕਰੂਗਾ। He gathered some nuts and fed the deer. ਤੇ ਉਸਨੇ ਕੁਝ ਨਟਸ ਇਕੱਠੇ ਕੀਤੇ ਅਤੇ ਹਿਰਨ ਨੂੰ ਖਵਾਏ। And he felt the deer's lack of fear. ਤੇ ਹੁਣ ਸ਼ਿਕਾਰੀ ਨੂੰ ਲੱਗਾ ਕਿ ਹਿਰਨ ਦੇ ਮਨ ਵਿੱਚ ਜਿਹੜਾ ਡਰ ਹੈ ਉਹ ਖਤਮ ਹੋ ਗਿਆ। He smiled a great big smile. ਹੁਣ ਸ਼ਿਕਾਰੀ ਦੇ ਫੇਸ ਤੇ ਬਹੁਤ ਵਧੀਆ ਜੀ ਸਮਾਈਲ, ਬਹੁਤ ਵੱਡੀ ਜੀ ਸਮਾਈਲ ਹੈ ਉਹ ਆ ਗਈ। He stayed with deer for a while. ਤੇ ਉਹ ਕੁਝ ਦੇਰ ਹਿਰਨ ਦੇ ਨਾਲ ਰੁਕਿਆ। And he went home feeling great. ਤੇ ਉਹ ਬਹੁਤ ਚੰਗਾ ਮਹਿਸੂਸ ਕਰਦਾ ਹੋਇਆ ਖੁਸ਼ੀ ਆਪਣੇ ਘਰ ਚਲਾ ਗਿਆ। ਤੇ ਸਟੂਡੈਂਟਸ, ਐਸੇ ਕਿ ਪੋਇਮ ਦਾ ਹੰਟਰ ਐਂਡ ਦਾ ਡੀਅਰ, ਤੇ ਇਹ ਪੋਇਮ ਨਾ ਸਾਨੂੰ ਇੱਕ ਸਿੱਖਿਆ ਵੀ ਦਿੰਦੀ ਆ। ਤੇ ਇਹ ਪੋਇਮ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਾਨੂੰ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ ਅਤੇ ਜਾਨਵਰਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ। ਤੇ ਥੱਲੇ ਲਿਖਿਆ ਐਨੋਨਿਮਸ। ਐਨੋਨਿਮਸ ਹੁੰਦਾ ਵੀ ਸਾਨੂੰ ਪਤਾ ਨਹੀਂ, ਤੇ ਸਾਨੂੰ ਇਸ ਪੋਇਮ ਦੇ ਕਵੀ ਦੇ ਬਾਰੇ ਪਤਾ ਨਹੀਂ ਹੈ, ਪੋਇਟ ਦੇ ਬਾਰੇ ਪਤਾ ਨਹੀਂ ਹੈ, ਤੇ ਇਸ ਕਰਕੇ ਐਨੋਨਿਮਸ ਇੱਥੇ ਲਿਖਿਆ ਗਿਆ ਹੈ। ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪੋਇਮ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਹੁਣ ਅਸੀਂ ਇਸ ਦੇ ਕੁਐਸਚਨ ਆਨਸਰਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਐਕਟੀਵਿਟੀ 2, ਪਿਕ ਅਪ ਵਰਡਸ ਫਰਮ ਦਾ ਪੋਇਮ ਡੈਟ ਮੈਚ ਦਾ ਰਾਈਮ ਆਫ ਦਾ ਫੋਲੋਇੰਗ ਵਰਡਸ। ਤੇ ਰਾਈਮਿੰਗ ਵਰਡਸ ਉਹ ਹੁੰਦੇ ਨੇ ਜਿਨ੍ਹਾਂ ਦੀ ਐਂਡਿੰਗ ਸਾਊਂਡ ਹੈ ਉਹ ਸੇਮ ਹੋਏ, ਜਿਵੇਂ ਫਨ, ਗਨ, ਸਨ, ਫੀਸਟ, ਲੀਸਟ, ਬੀਸਟ, ਵਾਈਜ਼, ਆਈਜ਼, ਲਾਈਵਸ, ਨੀਅਰ, ਡੀਅਰ, ਫੀਅਰ, ਫਾਈਲ, ਸਮਾਈਲ, ਵਾਈਲ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 3। ਤੇ ਇਸ ਵਿੱਚ ਕੀ ਕਰਨਾ ਕਿ ਅਸੀਂ ਡਿਫੀਕਲਟ ਵਰਡਸ ਦੇਖਣੇ ਹਨ ਜਿਹੜੇ ਟੇਬਲ ਵਿੱਚ ਲਿਖੇ ਹੋਏ ਹਨ
ਤੇ ਜੇ ਸਾਨੂੰ ਅਰਥ ਪਤਾ ਨਹੀਂ ਤਾਂ ਅਸੀਂ ਟਿਕ ਕਰ ਦਾਂਗੇ ਆਈ ਨੋ ਦਾ ਵਰਡ, ਪੁੱਟ ਅ ਟਿਕ। ਤੇ ਜੇ ਤੁਹਾਨੂੰ ਨਹੀਂ ਪਤਾ ਤੇ ਆਈ ਡੋਂਟ ਨੋ, ਪੁੱਟ ਅ ਕ੍ਰੋਸ, ਤੇ ਇੱਥੇ ਕ੍ਰੋਸ ਪਾ ਦਿਓ। ਤੇ ਰਾਈਟ ਸਾਈਡ ਵਿੱਚ, ਸਭ ਤੋਂ ਰਾਈਟ ਸਾਈਡ ਵਿੱਚ ਤੁਸੀਂ ਮੀਨਿੰਗ ਲਿਖਣਾ ਹੈ। ਰਾਈਟ ਦਾ ਮੀਨਿੰਗ ਇਫ ਯੂ ਨੋ ਇਟ। ਬਕ, ਬਕ ਹੁੰਦਾ ਅ ਮੇਲ ਡੀਅਰ, ਨਰ ਹਿਰਨ। ਹੰਟਰ, ਵਨ ਹੂ ਕਿਲਸ ਵਾਈਲਡ ਐਨੀਮਲਸ ਫॉर ਲਿਵਿੰਗ, ਸ਼ਿਕਾਰੀ। ਬੀਸਟ, ਬੀਸਟ ਹੁੰਦਾ ਅ ਵਾਈਲਡ ਕ੍ਰੀਏਚਰ। ਰੇਜ਼ਡ, ਰੇਜ਼ਡ ਦਾ ਅਰਥ ਹੁੰਦਾ ਚੁੱਕਿਆ, ਕਿ ਉਸਨੇ ਗਨ ਚੁੱਕੀ। ਪੁੱਟ ਅਪ। ਜਰਨੀ, ਜਰਨੀ ਹੁੰਦਾ ਟਰੈਵਲ ਜਾਂ ਯਾਤਰਾ। ਡੋ, ਡੋ ਦਾ ਅਰਥ ਹੁੰਦਾ ਫੀਮੇਲ ਡੀਅਰ। ਫੌਨ, ਫੌਨ ਦਾ ਅਰਥ ਹੁੰਦਾ ਯੰਗ ਡੀਅਰ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 4, ਜਿਸ ਵਿੱਚ ਹਨ ਆਬਜੈਕਟਿਵ ਟਾਈਪ ਕੁਐਸਚਨਸ। ਦ ਹੰਟਰ ਵੈਂਟ ਔਨ ਅ ਜਰਨੀ ਟੂ ਫਾਈਂਡ ਸਮ ਡੀਅਰ ਮੀਟ, ਹਿਰਨ ਦਾ ਮਾਸ। ਤੇ ਇਹ ਆਪਸ਼ਨ ਵਿੱਚ ਤੁਸੀਂ ਟਿਕ ਕਰਨਾ। ਦ ਹੰਟਰ ਫਾਊਂਡ ਅ ਬਕ, ਤੇ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਦ ਅਦਰ ਵਰਡ ਫॉर ਅ ਮੇਲ ਡੀਅਰ ਇਜ਼ ਬਕ। ਦ ਪੋਇਟ ਥॉट that buck was begging for his own life। ਤੇ ਸ਼ਿਕਾਰੀ ਨੂੰ ਲੱਗਾ ਕਿ ਹਿਰਨ ਆਪਣੀ ਜਾਨ ਬਚਾਉਣ ਲਈ ਬੇਨਤੀ ਕਰ ਰਿਹਾ ਹੈ। A female deer is called a doe. A young deer is called a fawn. The hunter remembered what he came for and raised his gun. ਉਸਨੇ ਆਪਣੀ ਬੰਦੂਕ ਚੁੱਕੀ ਸੀ। A dash came out of nowhere. Fawn. The hunter felt that he could not kill the buck। ਤੇ ਉਸਨੂੰ ਸ਼ਿਕਾਰੀ ਨੂੰ ਇਹ ਰਿਅਲਾਈਜ਼ ਹੋਇਆ ਕਿ ਉਹ ਇਹ ਮਹਿਸੂਸ ਹੋਇਆ ਕਿ ਉਹ ਹੁਣ ਸ਼ਿਕਾਰ ਨਹੀਂ ਕਰ ਸਕਦਾ, ਬਕ ਨੂੰ ਨਹੀਂ ਮਾਰ ਸਕਦਾ। The hunter gathered nuts for feeding the deer। ਤੇ ਐਸੀ ਕੀ ਐਕਟੀਵਿਟੀ 4। ਹੁਣ ਅਸੀਂ ਕਰਾਂਗੇ ਐਕਟੀਵਿਟੀ 5, ਕੁਐਸਚਨ ਆਨਸਰਸ। What did the hunter want to eat? ਤੇ ਸ਼ਿਕਾਰੀ ਕੀ ਖਾਣਾ ਚਾਹੁੰਦਾ ਸੀ? The hunter wanted to eat deer's meat। ਉਹ ਹਿਰਨ ਦਾ ਮਾਸ ਖਾਣਾ ਚਾਹੁੰਦਾ ਸੀ। What did the hunter see? ਤੇ ਸ਼ਿਕਾਰੀ ਨੇ ਕੀ ਦੇਖਿਆ? The hunter saw a buck। ਉਸਨੇ ਇੱਕ ਬਕ, ਇੱਕ ਮੇਲ ਡੀਅਰ ਨੂੰ ਦੇਖਿਆ। Why did hunter not kill the buck? ਤੇ ਸ਼ਿਕਾਰੀ ਨੇ ਬਕ ਨੂੰ ਕਿਉਂ ਨਹੀਂ ਮਾਰਿਆ? He did not kill it because he did not want to feel like a beast। ਤੇ ਉਹ ਆਪਣੇ ਆਪ ਨੂੰ ਐਜ਼ ਅ ਬੀਸਟ ਫੀਲ ਨਹੀਂ ਕਰਨਾ ਚਾਹੁੰਦਾ ਸੀ, ਤੇ ਇਸ ਕਰਕੇ ਉਸਨੇ ਸ਼ਿਕਾਰ ਨਹੀਂ ਕੀਤਾ, ਬਕ ਨੂੰ ਨਹੀਂ ਮਾਰਿਆ। What did the hunter do? ਤੇ ਹੰਟਰ ਨੇ ਕੀ ਕੀਤਾ? ਸ਼ਿਕਾਰੀ ਨੇ ਕੀ ਕੀਤਾ? He gathered some nuts and fed the deer। ਤੇ ਉਸਨੇ ਕੁਝ ਨਟਸ ਇਕੱਠੇ ਕੀਤੇ ਅਤੇ ਡੀਅਰ ਨੂੰ ਖਵਾਏ। How did the buck feel after eating the nuts? ਤੇ ਹਿਰਨ ਨੂੰ ਕਿਸ ਤਰ੍ਹਾਂ ਫੀਲ ਹੋਇਆ ਨਟ ਖਾ ਕੇ? After eating the nuts, all the fear of the buck was gone। ਤੇ ਉਸਦਾ ਸਾਰਾ ਡਰ ਹੈ ਉਹ ਖਤਮ ਹੋ ਗਿਆ ਸੀ। ਤੇ ਐਸੀ ਕੀ ਐਕਟੀਵਿਟੀ 5। ਹੁਣ ਅਸੀਂ ਕਰਾਂਗੇ ਐਕਟੀਵਿਟੀ 6, ਐਕਸਪਲੇਨ ਦ ਫੋਲੋਇੰਗ ਸਟੇਟਮੈਂਟਸ ਇਨ ਯੂਰ ਓਨ ਵਰਡਸ ਐਂਡ ਇਫ ਹੀ ਕਿਲਡ ਦ ਬਕ ਹੀਡ ਫੀਲ ਲਾਈਕ ਅ ਬੀਸਟ। ਤੇ ਇਸ ਨੂੰ ਅਸੀਂ ਐਕਸਪਲੇਨ ਕਰਨਾ। ਤੇ ਇਸ ਸਟੇਟਮੈਂਟ ਦਾ ਅਰਥ ਹੈ ਕਿ ਸ਼ਿਕਾਰੀ ਨੂੰ ਇਹ ਲੱਗਾ ਕਿ ਜੇ ਉਹ ਸ਼ਿਕਾਰ ਕਰੂਗਾ, ਜੇ ਉਹ ਬਕ ਨੂੰ ਮਾਰੂਗਾ ਤਾਂ ਉਸਨੂੰ ਇਹ ਲੱਗੂਗਾ ਕਿ ਉਹ ਇੱਕ ਦਰਿੰਦਾ। ਤੇ ਹੁਣ ਅਸੀਂ ਇਸ ਨੂੰ ਕਿਸ ਤਰ੍ਹਾਂ ਐਕਸਪਲੇਨ ਕਰਨਾ? ਦ ਹੰਟਰ ਥॉट ਡੈਟ ਇਫ ਹੀ ਵੁੱਡ ਕਿਲ ਦ ਡੀਅਰ ਹੀ ਵੁੱਡ ਨਾਟ ਬੀ ਏਬਲ ਟੂ ਫੋਰਗਿਵ ਹਿਮਸੈਲਫ, ਕਿ ਉਹ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੂਗਾ। ਇਸ ਤੋਂ ਬਾਅਦ ਹੈ ਐਂਡ ਸਮਥਿੰਗ ਗ੍ਰਿਊ ਇਨ ਹਿਮ। ਤੇ ਉਸਦੇ ਮਨ ਵਿੱਚ ਕੁਝ ਉਪਜਿਆ, ਕੁਝ ਵਿਚਾਰ ਆਏ। ਤੇ ਅਸੀਂ ਕਿਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ? ਔਨ ਸੀਇੰਗ ਦ ਬਕ ਵਿਦ ਡੋ ਐਂਡ ਫੌਨ ਅ ਫੀਲਿੰਗ ਆਫ ਪਿਟੀ ਸਟਾਰਟਡ ਗਰੋਇੰਗ ਇਨ ਹਿਮ। ਤੇ ਹਿਰਨ ਨੂੰ ਡੋ ਅਤੇ ਫੌਨ ਦੇ ਨਾਲ ਦੇਖ ਕੇ ਸ਼ਿਕਾਰੀ ਦੇ ਮਨ ਵਿੱਚ ਦਇਆ ਭਾਵਨਾ ਆਈ। ਐਂਡ ਹੀ ਫੈਲਟ ਡੀਅਰਸ ਲੈਕ ਆਫ ਫੀਅਰ। ਤੇ ਜਦੋਂ ਨੱਟ ਖਵਾਏ ਸੀਗੇ ਸ਼ਿਕਾਰੀ ਨੇ ਤੇ ਉਸਨੂੰ ਇਹ ਲੱਗਿਆ ਕਿ ਹਿਰਨ ਦਾ ਡਰ ਹੈ ਉਹ ਖਤਮ ਹੋ ਗਿਆ। ਤੇ ਉਹੀ ਅਸੀਂ ਲਿਖਣਾ, ਆਫਟਰ ਈਟਿੰਗ ਦ ਨਟਸ ਫਰੋਮ ਦ ਹੰਟਰ ਦ ਡੀਅਰ ਵਾਜ਼ ਨਾਟ ਅਫਰੇਡ ਆਫ ਹਿਮ। ਤੇ ਡੀਅਰ ਸਟੂਡੈਂਟਸ, ਇਹ ਤਾਂ ਸੀਗਾ ਸਾਡਾ ਲਿਟਰੇਚਰ ਪਾਰਟ। ਹੁਣ ਅਸੀਂ ਕਰਾਂਗੇ ਲਰਨਿੰਗ ਲੈਂਗੁਏਜ ਗ੍ਰਾਮਰ ਪਾਰਟ, ਜਿਸ ਵਿੱਚ ਅਸੀਂ ਕਰਾਂਗੇ ਡਿਟਰਮੀਨਰਸ। ਤੇ ਜਿਹੜਾ ਡਿਟਰਮੀਨਰ ਸ਼ਬਦ ਹੈ ਉਹ ਡਿਟਰਮਿਨ ਤੋਂ ਬਣਿਆ। ਤੇ ਡਿਟਰਮਿਨ ਦਾ ਕੀ ਅਰਥ ਹੁੰਦਾ? ਡਿਟਰਮਿਨ ਦਾ ਅਰਥ ਹੁੰਦਾ ਡਿਟਰਮਿਨ ਕਰਨਾ, ਕੈਲਕੂਲੇਟ ਕਰਨਾ, ਇਨਫੋਰਮੇਸ਼ਨ ਲੈਣਾ। ਤੇ ਜਿਹੜੇ ਸ਼ਬਦ ਸਾਨੂੰ ਨਾਊਨ ਦੇ ਬਾਰੇ ਹੋਰ ਕਲੈਰਿਟੀ ਦਿੰਦੇ ਹਨ, ਨਾਊਨਸ ਦੇ ਬਾਰੇ ਹੋਰ ਇਨਫੋਰਮੇਸ਼ਨ ਦਿੰਦੇ ਹਨ, ਤੇ ਉਹਨਾਂ ਨੂੰ ਡਿਟਰਮੀਨਰਸ ਕਿਹਾ ਜਾਂਦਾ। ਤੇ ਬੁੱਕ ਵਿੱਚ ਵੀ ਡੈਫੀਨੇਸ਼ਨ ਲਿਖੀ ਆ। Determiners are words like the, and, this, or some that always come before a noun or before any other adjective used for the noun। ਦੇ ਉਹ ਸ਼ਬਦ ਜਿਵੇਂ the, and, this, some ਜੋ ਕਿ ਨਾਊਨ ਜਾਂ ਨਾਊਨ ਦੀ ਥਾਂ ਵਰਤੇ ਜਾਣ ਵਾਲੇ ਐਡਜੈਕਟਿਵ ਤੋਂ ਪਹਿਲਾਂ ਆਉਣ, ਉਹਨਾਂ ਨੂੰ ਡਿਟਰਮੀਨਰ ਕਿਹਾ ਜਾਂਦਾ। ਤੇ ਹੁਣ ਅਸੀਂ ਐਗਜ਼ਾਮਪਲਸ ਕਰਦੇ ਹਾਂ, ਉਦਾਹਰਨ ਕਰਦੇ ਹਾਂ ਕਿ ਬੁੱਕ ਵਿੱਚ ਐਗਜ਼ਾਮਪਲ ਦਿੱਤੀ ਗਈ ਹੈ। ਦ ਰੈਬਿਟ ਫਾਊਂਡ ਇਟਸ ਹੋਲ। ਤੇ ਰੈਬਿਟ ਇੱਕ ਨਾਊਨ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਵਰਡ ਆਇਆ ਦ, ਤੇ ਉਹ ਇੱਕ ਡਿਟਰਮੀਨਰ ਹੈ। ਆਈ ਏਟ ਦ ਵਨੀਲਾ ਕੇਕ ਇਨ ਦ ਈਵਨਿੰਗ।
ਤੇ ਵਨੀਲਾ ਤੋਂ ਪਹਿਲਾਂ ਹੈ ਦ ਤੇ ਉਹ ਇੱਕ ਡਿਟਰਮੀਨਰ ਹੈ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਡਿਟਰਮੀਨਰਸ ਨੇ ਉਹ ਨਾਊਨਸ ਜਾਂ ਨਾਊਨਸ ਦੇ ਥਾਂ ਵਰਤੇ ਜਾਣ ਵਾਲੇ ਐਡਜੈਕਟਿਵਸ ਤੋਂ ਪਹਿਲਾਂ ਆਉਂਦੇ ਹਨ ਅਤੇ ਉਹ ਦ, ਐਂਡ, ਦਿਸ, ਸਮ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਹਨ। ਤੇ ਹੁਣ ਅਸੀਂ ਕਰਾਂਗੇ ਟਾਈਪਸ ਆਫ ਡਿਟਰਮੀਨਰਸ ਕਿ ਡਿਟਰਮੀਨਰਸ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਤੇ ਡਿਟਰਮੀਨਰਸ 4 ਤਰ੍ਹਾਂ ਦੇ ਹੁੰਦੇ ਹਨ: ਆਰਟੀਕਲਸ, ਡੈਮੋਨਸਟ੍ਰੇਟਿਵਸ, ਕੁਆਂਟੀਫਾਇਰਸ ਅਤੇ ਪੋਜੈਸਿਵਸ। ਤੇ ਹੁਣ ਅਸੀਂ ਇਹਨਾਂ ਨੂੰ ਸਮਝਾਂਗੇ। ਸਭ ਤੋਂ ਪਹਿਲਾਂ ਆਰਟੀਕਲਸ। ਤੇ ਆਰਟੀਕਲਸ ਕਿਹੜੇ ਹੁੰਦੇ ਹਨ? ਤੇ ਇੰਗਲਿਸ਼ ਵਿੱਚ ਆਰਟੀਕਲਸ ਹੁੰਦੇ ਹਨ ਏ, ਐਨ ਅਤੇ ਦ। ਤੇ ਪਹਿਲਾਂ ਅਸੀਂ ਕਰਾਂਗੇ ਏ ਅਤੇ ਐਨ ਦੀ ਵਰਤੋਂ ਕਿ ਕਦੋਂ ਅਸੀਂ ਏ ਵਰਤਣਾ ਹੈ, ਕਦੋਂ ਅਸੀਂ ਐਨ ਵਰਤਣਾ। ਤੇ ਏ ਦਾ ਯੂਜ਼ ਹੁੰਦਾ ਕੌਨਸੋਨੈਂਟ ਸਾਊਂਡ ਦੇ ਨਾਲ। ਤੇ ਜਿਵੇਂ ਏ, ਈ, ਆਈ, ਓ, ਯੂ ਇੰਗਲਿਸ਼ ਵਿੱਚ ਹੈਗੇ ਹਨ ਵੋਵਲਸ, ਤੇ ਜਿਹੜੇ ਬਾਕੀ ਐਲਫਾਬੈਟਸ ਹਨ ਉਹ ਹਨ ਕੌਨਸੋਨੈਂਟਸ। ਤੇ ਜਦੋਂ ਕੌਨਸੋਨੈਂਟ ਸਾਊਂਡ ਆਊਗੀ ਤਾਂ ਅਸੀਂ ਏ ਦੀ ਵਰਤੋਂ ਕਰਨੀ ਹੈ, ਜਿਵੇਂ ਏ ਕੈਟ, ਏ ਹੈਨ, ਏ ਪੈਨ, ਏ ਕਾਓ। ਤੇ ਐਨ ਦੀ ਵਰਤੋਂ ਅਸੀਂ ਕਦੋਂ ਕਰਨੀ ਹੈ? ਐਨ ਦੀ ਵਰਤੋਂ ਕਰਨੀ ਹੈ ਵੋਵਲ ਸਾਊਂਡ ਦੇ ਨਾਲ। ਜਦੋਂ ਏ, ਈ, ਆਈ, ਓ, ਯੂ ਦੀ ਸਾਊਂਡ ਆਏਗੀ ਤਾਂ ਉਸ ਤੋਂ ਪਹਿਲਾਂ ਅਸੀਂ ਐਨ ਦੀ ਵਰਤੋਂ ਕਰਾਂਗੇ, ਜਿਵੇਂ ਕਿ ਐਨ ਐਪਲ, ਐਨ ਓਨੈਸਟ ਮੈਨ। ਤੇ ਹੁਣ ਇੱਥੇ ਸਟੂਡੈਂਟਸ ਨੂੰ ਕਨਫਿਊਜ਼ਨ ਹੁੰਦਾ ਕਿ ਐਚ ਓਨੈਸਟ ਹੈ ਤੇ ਐਚ ਹੈ ਤੇ ਐਨ ਕਿਉਂ ਪਾਇਆ ਹੋਇਆ? ਕਿਉਂਕਿ ਸਾਊਂਡ ਹੈ ਉਹ ਓ ਦੀ ਹੈ, ਐਚ ਸਾਇਲੈਂਟ ਹੈ। ਐਨ ਓਨੈਸਟ ਮੈਨ ਤੇ ਵੋਵਲ ਸਾਊਂਡ ਹੈ ਤੇ ਇਸ ਕਰਕੇ ਐਨ ਆਇਆ। ਐਨ ਅੰਬਰੇਲਾ, ਐਨ ਆਰ, ਤੇ ਇਸ ਆਰ ਵਿੱਚ ਵੀ ਜਿਹੜਾ ਐਚ ਉਹ ਸਾਇਲੈਂਟ ਹੈ। ਐਨ ਐਗ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਏ ਦੀ ਵਰਤੋਂ ਕਦੋਂ ਕਰਨੀ ਹੈ, ਐਨ ਦੀ ਵਰਤੋਂ ਕਦੋਂ ਕਰਨੀ ਹੈ। ਹੁਣ ਅਸੀਂ ਸਿੱਖਾਂਗੇ ਦ ਦੀ ਵਰਤੋਂ ਕਦੋਂ ਕਰਨੀ ਆ। ਤੇ ਦ ਇੱਕ ਡੈਫੀਨਿਟ ਆਰਟੀਕਲ ਹੁੰਦਾ ਹੈ। ਤੇ ਜਦੋਂ ਅਸੀਂ ਕਿਸੇ ਸਪੈਸੀਫਿਕ ਨਾਊਨ, ਕਿਸੇ ਸਪੈਸੀਫਿਕ ਪਲੇਸ, ਕਿਸੇ ਸਪੈਸੀਫਿਕ ਥਿੰਗ ਜਾਂ ਕਿਸੇ ਪਰਟੀਕੂਲਰ ਚੀਜ਼ ਦੀ ਗੱਲ ਕਰੀਏ ਤਾਂ ਉਦੋਂ ਅਸੀਂ ਦ ਦੀ ਵਰਤੋਂ ਕਰਨੀ ਹੈ। ਜਿਵੇਂ ਹੀ ਵੈਂਟ ਟੂ ਦ ਬੈਸਟ ਰੈਸਟੋਰੈਂਟ ਇਨ ਦ ਸਿਟੀ, ਕਿ ਉਸ ਸਿਟੀ ਦੇ ਬੈਸਟ ਰੈਸਟੋਰੈਂਟ ਵਿੱਚ ਗਿਆ, ਕਿ ਉਸ ਪਰਟੀਕੂਲਰ ਸਿਟੀ ਦੇ ਬੈਸਟ ਰੈਸਟੋਰੈਂਟ ਵਿੱਚ ਗਿਆ। ਅਗਲਾ, ਦ ਕਿਟਨ ਇਜ਼ ਮਿਓਇੰਗ ਟੂ ਲਾਊਡਲੀ। ਤੇ ਉਹ ਕਿਟਨ ਹੈ ਉਹ ਬਹੁਤ ਉੱਚੀ ਉੱਚੀ ਮਿਓਇੰਗ ਕਰ ਰਿਹਾ ਤੇ ਉਸ ਪਰਟੀਕੂਲਰ ਕਿਟਨ ਦੀ ਗੱਲ ਕੀਤੀ ਗਈ ਹੈ ਤੇ ਇਸ ਕਰਕੇ ਆਇਆ ਦ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਜਦੋਂ ਅਸੀਂ ਕਿਸੇ ਖਾਸ ਨਾਊਨ ਦੀ ਗੱਲ ਕਰੀਏ ਤਾਂ ਅਸੀਂ ਦ ਦੀ ਵਰਤੋਂ ਕਰਨੀ ਆ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 7 ਤੇ ਅਸੀਂ ਇੱਥੇ ਸਹੀ ਆਰਟੀਕਲ ਹੈ ਸਿਲੈਕਟ ਕਰਨਾ ਹੈ। I have a good idea, ਮੇਰੇ ਕੋਲ ਇੱਕ ਵਧੀਆ ਆਈਡੀਆ ਹੈ। That is an interesting toy, ਕਿਉਂਕਿ I ਦੀ ਸਾਊਂਡ ਆ ਰਹੀ ਹੈ ਜੋ ਕਿ ਵੋਵਲ ਸਾਊਂਡ ਹੈ ਤੇ ਇਸ ਕਰਕੇ ਆਇਆ ਐਨ। ਕਿ ਮੈਂ ਇੱਕ ਪਰਟੀਕੂਲਰ ਅਲਮਾਰੀ ਵਿੱਚ ਬੈਗ ਰੱਖਿਆ ਹੈ। Do the Sharmas have a blue car? The water in the river is dirty, ਕਿ ਉਸ ਪਰਟੀਕੂਲਰ ਰਿਵਰ ਵਿੱਚ, ਉਸ ਪਰਟੀਕੂਲਰ ਦਰਿਆ ਦਾ ਪਾਣੀ ਉਹ ਡਰਟੀ ਹੈ, ਸਾਫ਼ ਨਹੀਂ ਆ। He had a piece of chocolate. I like to eat an egg every day. She has a good habit of brushing her teeth twice a day. Raghav likes to walk in the rain. Radha plays a game of chess every day. ਤੇ ਇਹਦੇ ਸੀਗੇ ਆਰਟੀਕਲਸ। ਹੁਣ ਅਸੀਂ ਕਰਾਂਗੇ ਡੈਮੋਨਸਟ੍ਰੇਟਿਵਸ ਜਾਂ ਡੈਮੋਨਸਟ੍ਰੇਟਿਵ ਐਡਜੈਕਟਿਵਸ। ਤੇ ਇਹ ਕਿਹੜੇ ਡਿਟਰਮੀਨਰ ਹੁੰਦੇ ਨੇ? ਇਹ ਹੁੰਦੇ ਹਨ ਦਿਸ, ਡੈਟ, ਥੀਸ ਜਾਂ ਦੋਜ਼। ਤੇ ਇਹਨਾਂ ਦੀ ਵਰਤੋਂ ਕਦੋਂ ਹੁੰਦੀ ਹੈ, ਇਹਨਾਂ ਦਾ ਯੂਜ਼ ਕਦੋਂ ਹੁੰਦਾ ਹੈ? Demonstratives are used in the situation in which the speaker can point to an item. ਤੇ ਜਦੋਂ ਅਸੀਂ ਕਿਸੇ ਆਈਟਮ ਵੱਲ ਪੁਆਇੰਟ ਕਰੀਏ ਤਾਂ ਉਦੋਂ ਅਸੀਂ ਡੈਮੋਨਸਟ੍ਰੇਟਿਵ ਐਡਜੈਕਟਿਵ ਦਾ ਯੂਜ਼ ਕਰਦੇ ਹਾਂ ਜਾਂ ਡੈਮੋਨਸਟ੍ਰੇਟਿਵਸ ਦਾ ਯੂਜ਼ ਕਰਦੇ ਹਾਂ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਡੈਮੋਨਸਟ੍ਰੇਟਿਵ ਐਡਜੈਕਟਿਵਸ ਹੁੰਦੇ ਹਨ ਦਿਸ, ਡੈਟ, ਥੀਸ ਐਂਡ ਦੋਜ਼। ਤੇ ਹੁਣ ਇਹਨਾਂ ਦਾ ਕੀ ਰੂਲ ਹੈ ਕਿ ਅਸੀਂ ਕਿਹੜਾ ਰੂਲ ਫੋਲੋ ਕਰਨਾ ਹੈ? ਕਦੋਂ ਦਿਸ ਆਊਗਾ, ਕਦੋਂ ਡੈਟ ਆਊਗਾ, ਕਦੋਂ ਥੀਸ ਆਊਗਾ ਤੇ ਕਦੋਂ ਦੋਜ਼ ਆਊਗਾ। ਤੇ ਜੇ ਆਈਟਮ ਸਾਡੇ ਨੇੜੇ ਹੁੰਦੀ ਹੈ ਤਾਂ ਅਸੀਂ ਦਿਸ ਦੀ ਵਰਤੋਂ ਕਰਦੇ ਹਾਂ। ਤੇ ਜੇ ਸਿੰਗੂਲਰ ਆਈਟਮ ਸਾਡੇ ਨੇੜੇ ਹੈ ਤਾਂ ਅਸੀਂ ਯੂਜ਼ ਕਰਾਂਗੇ ਦਿਸ। ਪਰ ਜੇ ਉਹ ਆਈਟਮ ਪਲੂਰਲ ਹੈ, ਇੱਕ ਤੋਂ ਵੱਧ ਹੈ, ਤਾਂ ਅਸੀਂ ਯੂਜ਼ ਕਰਾਂਗੇ ਥੀਸ। ਤੇ ਸਾਡੇ ਨੇੜੇ ਵਾਲੀ ਆਈਟਮਾਂ ਦੇ ਲਈ ਦਿਸ ਅਤੇ ਥੀਸ ਆਊਗਾ, ਸਿੰਗੂਲਰ ਆਈਟਮ ਲਈ ਦਿਸ ਆਊਗਾ ਅਤੇ ਪਲੂਰਲ ਲਈ ਥੀਸ ਆਊਗਾ। ਤੇ ਹੁਣ ਜੇ ਆਈਟਮ ਸਾਡੇ ਤੋਂ ਦੂਰ ਹੈ ਤੇ ਉਹ ਸਿੰਗੂਲਰ ਹੈ ਤਾਂ ਅਸੀਂ ਯੂਜ਼ ਕਰਾਂਗੇ ਡੈਟ। ਪਰ ਜੇ ਆਈਟਮਸ ਪਲੂਰਲ ਹਨ ਤੇ ਸਾਡੇ ਤੋਂ ਦੂਰ ਹਨ ਤੇ ਅਸੀਂ ਯੂਜ਼ ਕਰਾਂਗੇ ਦੋਜ਼। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਅਸੀਂ ਦਿਸ ਦੀ ਵਰਤੋਂ ਕਦੋਂ ਕਰਨੀ ਹੈ, ਥੀਸ ਦੀ ਵਰਤੋਂ ਕਦੋਂ ਕਰਨੀ ਹੈ, ਡੈਟ ਦੀ ਵਰਤੋਂ ਕਦੋਂ ਕਰਨੀ ਹੈ, ਦੋਜ਼ ਦੀ ਵਰਤੋਂ ਕਦੋਂ ਕਰਨੀ ਹੈ। ਤੇ ਇੱਕ ਵਾਰੀ ਮੈਂ ਫਟਾਫਟ ਇਸ ਦੀ ਸਮਰੀ ਵੀ ਦੱਸ ਦਿੰਦਾ। ਜੇ ਆਈਟਮ ਨੇੜੇ ਹੈ ਤੇ ਸਿੰਗੂਲਰ ਹੈ ਤਾਂ ਦਿਸ, ਜੇ ਨੇੜੇ ਹੈ ਤੇ ਪਲੂਰਲ ਹੈ ਥੀਸ, ਦੂਰ ਹੈ ਤੇ ਸਿੰਗੂਲਰ ਹੈ ਡੈਟ, ਦੂਰ ਹੈ ਤੇ ਪਲੂਰਲ ਹੈ ਦੋਜ਼। ਬਸ ਇਸ ਰੂਲ ਨੂੰ ਤੁਸੀਂ ਯਾਦ ਰੱਖਣਾ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 8।
ਲੈਟ ਅਸ ਹੈਲਪ ਰਿਚਰਡ ਡਿਸਕ੍ਰਾਈਬ ਹਿਜ਼ ਆਫਿਸ। ਤੇ ਰਿਚਰਡ ਹੈ ਫੋਟੋ ਵਿੱਚ ਆਪਣੇ ਆਫਿਸ ਵਿੱਚ ਬੈਠਾ। ਤੇ ਹੁਣ ਇਸ ਦੇ ਨੇੜੇ ਕੁਝ ਚੀਜ਼ਾਂ ਹਨ, ਕੁਝ ਚੀਜ਼ਾਂ ਇਸ ਦੇ ਦੂਰ ਹਨ, ਕੁਝ ਸਿੰਗੂਲਰ ਹਨ, ਕੁਝ ਪਲੂਰਲ ਹਨ। ਤੇ ਅਸੀਂ ਇਹਨਾਂ ਰੂਲਸ ਨੂੰ ਫੋਲੋ ਕਰਕੇ ਫਿਲਅਪਸ ਹੈ ਉਹ ਭਰਨੇ ਹਨ। ਜਿਵੇਂ ਕਿ ਦਿਸ ਲੈਪਟਾਪ ਇਜ਼ ਨਿਊ, ਕਿ ਲੈਪਟਾਪ ਸਿੰਗੂਲਰ ਹੈ ਤੇ ਉਸ ਦੇ ਨੇੜੇ ਹੀ ਹੈ ਕਿ ਉਸ ਦੇ ਵਿੱਚ ਹੀ ਕੰਮ ਕਰ ਰਿਹਾ, ਤੇ ਅਸੀਂ ਯੂਜ਼ ਕਰਾਂਗੇ ਦਿਸ। ਡੈਸ਼ ਵੁਡਨ ਕੈਬਿਨੇਟ ਇਜ਼ ਫॉर ਹਿਜ਼ ਪੇਪਰਸ। ਤੇ ਵੁਡਨ ਕੈਬਿਨੇਟ ਤਾਂ ਸਿੰਗੂਲਰ ਹੈ ਬਟ ਉਹ ਕਾਫੀ ਦੂਰ ਹੈ ਤੇ ਇਸ ਕਰਕੇ ਆਊਗਾ ਡੈਟ। ਡੈਸ਼ ਬੁੱਕਸ ਆਰ ਅਬਾਊਟ ਬਿਜ਼ਨਸ, ਤੇ ਬੁੱਕਸ ਵੀ ਉਸਦੇ ਦੂਰ ਪਈਆਂ ਹਨ, ਉਸਦੇ ਕਾਫੀ ਪਿੱਛੇ ਪਈਆਂ ਹਨ ਤੇ ਪਲੂਰਲ ਹਨ, ਤੇ ਇਸ ਕਰਕੇ ਆਊਗਾ ਦੋਜ਼। ਡੈਸ਼ ਕੰਪਿਊਟਰ ਇਜ਼ ਆਲਸੋ ਨਿਊ, ਤੇ ਇੱਥੇ ਉਸ ਕੰਪਿਊਟਰ ਦੀ ਗੱਲ ਕੀਤੀ ਗਈ ਹੈ ਜੋ ਕਿ ਬਿਲਕੁਲ ਸਾਹਮਣੇ ਪਿਆ ਤੇ ਕਾਫੀ ਦੂਰ ਪਿਆ ਤੇ ਸਿੰਗੂਲਰ ਹੈ, ਤੇ ਇਸ ਕਰਕੇ ਆਊਗਾ ਡੈਟ। ਡੈਸ਼ ਡਸਟਬਿਨ ਇਜ਼ ਵੈਰੀ ਗੁੱਡ, ਤੇ ਡਸਟਬਿਨ ਵੀ ਕੋਨੇ ਤੇ ਪਿਆ, ਦੂਰ ਪਿਆ ਤੇ ਸਿੰਗੂਲਰ ਹੈ, ਤੇ ਆਊਗਾ ਡੈਟ। ਡੈਸ਼ ਕਰਟਨਸ ਆਰ ਵੈਰੀ ਓਲਡ, ਤੇ ਪਰਦੇ ਕਰਟਨਸ ਪਲੂਰਲ ਹਨ ਅਤੇ ਦੂਰ ਹਨ, ਤੇ ਆਊਗਾ ਦੋਜ਼। ਡੈਸ਼ ਪਲਾਂਟ ਇਜ਼ ਬਿਊਟੀਫੁਲ, ਤੇ ਪਲਾਂਟ ਵੀ ਕਾਫੀ ਦੂਰ ਪਿਆ ਤੇ ਆਊਗਾ ਡੈਟ ਕਿਉਂਕਿ ਇਹ ਸਿੰਗੂਲਰ ਹੈ। ਡੈਸ਼ ਵੁਡਨ ਹਾਰਸਿਸ ਆਰ ਨਾਈਸ, ਤੇ ਵੁਡਨ ਹਾਰਸਿਸ ਵੀ ਕਾਫੀ ਦੂਰ ਪਏ ਹਨ ਅਤੇ ਪਲੂਰਲ ਹਨ, ਤੇ ਆਊਗਾ ਦੋਜ਼। ਡੈਸ਼ ਕੇਜ ਡਜ਼ ਨਾਟ ਹੈਵ ਅ ਰੀਅਲ ਬਰਡ, ਤੇ ਕੇਜ ਸਿੰਗੂਲਰ ਹੈ ਪਰ ਉਹ ਕਾਫੀ ਦੂਰ ਹੈ ਕਾਰਨਰ ਤੇ ਆਊਗਾ ਡੈਟ। ਡੈਸ਼ ਡਰਾਟਸ ਨੀਡ ਰਿਪੇਅਰ, ਤੇ ਡਰਾਟਸ ਪਲੂਰਲ ਹਨ, ਇੱਕ ਤੋਂ ਵੱਧ ਹਨ ਅਤੇ ਦੂਰ ਹਨ, ਤੇ ਇਸ ਕਰਕੇ ਆਊਗਾ ਦੋਜ਼। ਤੇ ਅੱਜ ਸੀਗੇ ਡੈਮੋਨਸਟ੍ਰੇਟਿਵਸ। ਹੁਣ ਅਸੀਂ ਕਰਾਂਗੇ ਕੁਆਂਟੀਫਾਇਰਸ। ਤੇ ਕੁਆਂਟੀਫਾਇਰਸ ਤੋਂ ਸਾਨੂੰ ਕੁਆਂਟੀਟੀ ਦਾ ਪਤਾ ਲੱਗਦਾ ਹੈ, ਜਿਵੇਂ ਕਿ ਆਲ ਮਤਲਬ ਕਿ ਸਾਰੇ, ਅ ਫਿਊ ਥੋੜੇ ਜਿਹੇ, ਮੈਨੀ ਬਹੁਤ ਜ਼ਿਆਦਾ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 9 ਜਿਸ ਵਿੱਚ ਅਸੀਂ ਇਹ ਵਾਲੇ ਡਿਟਰਮੀਨਰਸ ਨੂੰ ਯੂਜ਼ ਕਰਨਾ ਹੈ। ਦੇयर ਆਰ ਓਨਲੀ ਅ ਫਿਊ ਬਨਾਨਾਸ ਲੈਫਟ ਇਨ ਦਾ ਬਾਕਸ, ਮੀਨਸ ਕਿ ਥੋੜੇ ਜਿਹੇ ਬਨਾਨਾਸ, ਥੋੜੇ ਜਿਹੇ ਕੇਲੇ ਬਾਕਸ ਵਿੱਚ ਰਹਿ ਗਏ ਹਨ। ਵੀ ਨੀਡ ਅ ਲਿਟਲ ਬਟਰ ਫॉर ਦਿਸ ਕੇਕ, देयर आर only a few days left to give the reports. I bought a few apples from this shop. How many people live in your city? How much water is there in the sea? We need some bananas. You can't buy any oranges in this shop. There is a bus every 2 hours. We enjoyed every minute of our holidays. ਤੇ ਹੁਣ ਅਸੀਂ ਕਰਾਂਗੇ ਪੋਜ਼ੈਸਿਵ ਐਡਜੈਕਟਿਵਸ। ਪੋਜ਼ੈਸਿਵ ਜਿਹੜਾ ਵਰਡ ਹੈ ਉਹ ਪੋਜੈਸ਼ਨ ਤੋਂ ਹੈ, ਤੇ ਪੋਜੈਸ਼ਨ ਦਾ ਅਰਥ ਹੁੰਦਾ ਵੀ ਉਹ ਚੀਜ਼ ਕਿਸ ਨੂੰ ਬਿਲੋਂਗ ਕਰਦੀ ਹੈ, ਤੇ ਓਨਰਸ਼ਿਪ ਨੂੰ ਸ਼ੋ ਕਰਨ ਲਈ ਅਸੀਂ ਪੋਜ਼ੈਸਿਵ ਐਡਜੈਕਟਿਵਸ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਮਾਈ ਦਾ ਅਰਥ ਹੋ ਗਿਆ ਮੇਰਾ, ਯੂਅਰ ਦਾ ਮਤਲਬ ਹੋ ਗਿਆ ਤੁਹਾਡਾ, ਹਿਸ ਮਤਲਬ ਕਿ ਉਸਦਾ, ਹਰ ਤੇ ਉਸ ਕੁੜੀ ਦਾ, ਅਵਰ ਸਾਡਾ, ਦੇਅਰ ਉਹਨਾਂ ਦਾ। ਤੇ ਇਸੇ ਤਰ੍ਹਾਂ ਹੁਣ ਅਸੀਂ ਐਕਟੀਵਿਟੀ 10 ਕਰਾਂਗੇ। ਕੰਪਲੀਟ ਦਾ ਫੋਲੋਇੰਗ ਲੈਟਰ ਰਿਟਨ ਬਾय ਅਸ਼ੋਕ ਟੂ ਦੀਪਕ, fill in the correct possessive adjectives. Hello Deepak, my name is Ashok. This is my friend Satish. He is 13 years old. His sister is 9. They have got a pet. Their pet is a dog. Its name is Caesar. Satish and I go to the same school. There are 600 boys and girls in our school. Satish's class teacher name is Mrs. Sharma. She has got a pet too. Her pet is a cat. A class teacher is Mr. Gupta. I like his lessons. He has 3 dogs. The dogs love to play in his garden. Now I have a question for you. What is your pet? Yours, Ashok. ਤੇ ਇਹ ਤਾਂ ਸਾਡਾ ਡਿਟਰਮੀਨਰ ਦਾ ਟੌਪਿਕ ਹੋ ਗਿਆ ਪੂਰਾ। ਤੇ ਹੁਣ ਅਸੀਂ ਸਿੱਖਾਂਗੇ ਕਿ ਅਸੀਂ ਐਪਲੀਕੇਸ਼ਨ ਨੂੰ ਕਿਸ ਤਰ੍ਹਾਂ ਲਿਖਣਾ ਹੈ। ਤੇ ਜਿਵੇਂ ਕਿ ਐਗਜ਼ਾਮਪਲ ਦਿੱਤੀ ਗਈ ਹੈ, ਐਪਲੀਕੇਸ਼ਨ ਫॉर ਫੀ ਕੰਸੈਸ਼ਨ, ਕਿ ਫੀਸ ਵਿੱਚ ਰਿਆਇਤ ਵਾਸਤੇ ਐਪਲੀਕੇਸ਼ਨ ਕਿਸ ਤਰ੍ਹਾਂ ਲਿਖੀ ਹੈ। ਤੇ ਅਸੀਂ ਐਪਲੀਕੇਸ਼ਨ ਵਿੱਚ ਕੀ ਲਿਖਣਾ ਹੁੰਦਾ, ਦ ਪ੍ਰਿੰਸੀਪਲ, ਕਿ ਪਹਿਲਾਂ ਅਸੀਂ ਜਿਸ ਨੂੰ ਐਪਲੀਕੇਸ਼ਨ ਲਿਖਣਾ ਦ ਪ੍ਰਿੰਸੀਪਲ, ਫਿਰ ਸਕੂਲ ਦਾ ਨਾਂ, ਫਿਰ ਐਡਰੈਸ, ਫਿਰ ਡੇਟ, ਤੇ ਉਸ ਤੋਂ ਬਾਅਦ ਸਬਜੈਕਟ, ਕਿ ਡੇਟ ਤੋਂ ਬਾਅਦ ਲਾਈਨ ਛੱਡ ਕੇ ਅਸੀਂ ਲਿਖਣਾ ਸਬਜੈਕਟ, ਤੇ ਉਸ ਤੋਂ ਬਾਅਦ ਸੈਲੂਟੇਸ਼ਨ ਮੀਨਸ ਕਿ ਸਰ ਜਾਂ ਮੈਡਮ, ਤੇ ਉਸ ਤੋਂ ਬਾਅਦ ਬੋਡੀ ਆਫ ਐਪਲੀਕੇਸ਼ਨ ਕਿ ਮੇਨ ਪਾਰਟ ਅਸੀਂ ਲਿਖਣਾ, ਤੇ ਕਲੋਜ਼ਿੰਗ ਐਂਡਿੰਗ ਅਸੀਂ ਕਿਸ ਤਰ੍ਹਾਂ ਕਰਨੀ ਹੈ, ਥੈਂਕਿੰਗ ਯੂ ਯੂਅਰਸ ਓਬੀਡੀਐਂਟਲੀ, ਫਿਰ ਤੁਹਾਡਾ ਨਾਂ, ਕਲਾਸ, ਸੈਕਸ਼ਨ ਅਤੇ ਰੋਲ ਨੰਬਰ। ਤੇ ਹੁਣ ਅਸੀਂ ਐਕਟੀਵਿਟੀ 13 ਕਰਾਂਗੇ ਕਿ ਅਸੀਂ ਐਪਲੀਕੇਸ਼ਨ ਲਿਖਾਂਗੇ। ਰਾਈਟ ਐਨ ਐਪਲੀਕੇਸ਼ਨ ਟੂ ਯੂਅਰ ਪ੍ਰਿੰਸੀਪਲ ਰਿਕੁਐਸਟਿੰਗ ਹਿਮ ਔਰ ਹਰ ਟੂ ਗ੍ਰਾਂਟ ਯੂ ਸਿਕ ਲੀਵ ਫॉर 3 days। ਤੇ ਤੁਸੀਂ ਆਪਣੀ ਕਾਪੀਆਂ ਵਿੱਚ ਲਿਖਣੀ ਹੈ। ਤੇ ਕਿਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ, ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਦ ਪ੍ਰਿੰਸੀਪਲ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਾਂ ਤੁਹਾਡੇ ਸਕੂਲ ਦਾ ਨਾਂ ਜਲੰਧਰ, ਤੇ ਤੁਹਾਡੇ ਸ਼ਹਿਰ ਦਾ ਨਾਂ ਇੱਥੇ ਤੁਸੀਂ ਲਿਖਣਾ, ਫਿਰ ਡੇਟ ਜਿਵੇਂ ਅਸੀਂ ਲਿਖਿਆ ਜੁਲਾਈ 20, 2023। ਤੇ ਐਸੇ ਫਾਰਮੈਟ ਵਿੱਚ ਤੁਸੀਂ ਡੇਟ ਲਿਖ ਸਕਦੇ ਹੋ। ਉਸ ਤੋਂ ਬਾਅਦ ਇੱਕ ਸਪੇਸ ਦੇਣੀ ਹੈ, ਖਾਲੀ ਥਾਂ ਛੱਡਣੀ ਹੈ। ਉਸ ਤੋਂ ਬਾਅਦ ਸਬਜੈਕਟ ਵਿਸ਼ਾ, ਐਪਲੀਕੇਸ਼ਨ ਫॉर ਸਿਕ ਲੀਵ, ਤੇ ਸਬਜੈਕਟ ਤੋਂ ਬਾਅਦ ਵੀ ਇੱਕ ਲਾਈਨ ਛੱਡਣੀ ਹੈ। ਤੇ ਉਸ ਤੋਂ ਬਾਅਦ ਲਿਖਣਾ ਹੈ ਸਰ ਜਾਂ ਮੈਡਮ,
ਰਿਸਪੈਕਟਫੁਲੀ ਆਈ ਵੁੱਡ ਲਾਈਕ ਟੂ ਇਨਫੋਰਮ ਯੂ ਡੈਟ ਆਈ ਐਮ ਸਫਰਿੰਗ ਫਰੋਮ ਫੀਵਰ ਸਿੰਸ ਯੈਸਟਰਡੇ। ਕਿ ਮੈਂ ਆਪ ਜੀ ਨੂੰ ਬਹੁਤ ਹੀ ਮਾਣ ਨਾਲ ਦੱਸਣਾ ਚਾਹੁੰਦਾ ਕਿ ਮੈਨੂੰ ਕੱਲ੍ਹ ਤੋਂ ਬੁਖਾਰ ਹੈ। ਦ ਡਾਕਟਰ ਐਡਵਾਈਜ਼ ਮੀ ਟੂ ਟੇਕ ਰੈਸਟ ਫॉर ਨੈਕਸਟ 3 ਡੇਜ਼। ਡਾਕਟਰ ਨੇ ਮੈਨੂੰ ਇਹ ਸਲਾਹ ਦਿੱਤੀ ਹੈ ਕਿ ਅਗਲੇ 3 ਦਿਨਾਂ ਲਈ ਰੈਸਟ ਕੀਤਾ ਜਾਏ। ਪਲੀਜ਼ ਗ੍ਰਾਂਟ ਮੀ ਲੀਵ ਫॉर ਨੈਕਸਟ 3 ਡੇਜ਼। ਇਸ ਕਰਕੇ ਮੈਨੂੰ 3 ਦਿਨ ਦੀ ਛੁੱਟੀ ਦਿੱਤੀ ਜਾਵੇ ਜਾਂ ਅਗਲੇ 3 ਦਿਨਾਂ ਦੀ ਛੁੱਟੀ ਦਿੱਤੀ ਜਾਵੇ। ਆਈ ਸ਼ੈਲ ਬੀ ਰੀਅਲੀ ਗ੍ਰੇਟਫੁਲ ਟੂ ਯੂ। ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ। ਤੇ ਅਗਲੀ ਲਾਈਨ ਵਿੱਚ ਲਿਖਣਾ ਤੁਸੀਂ ਥੈਂਕਿੰਗ ਯੂ, ਤੇ ਉਸ ਤੋਂ ਬਾਅਦ ਇੱਕ ਲਾਈਨ ਛੱਡਣੀ ਆ, ਤੇ ਇਸ ਤੋਂ ਬਾਅਦ ਯੂਅਰਸ ਓਬੀਡੀਐਂਟਲੀ, ਫਿਰ ਤੁਹਾਡਾ ਨਾਂ, ਕਲਾਸ ਅਤੇ ਰੋਲ ਨੰਬਰ। ਤੇ ਇਸ ਤਰ੍ਹਾਂ ਤੁਸੀਂ ਐਪਲੀਕੇਸ਼ਨ ਹੈ ਉਹ ਲਿਖ ਸਕਦੇ ਹੋ, ਤੇ ਤੁਹਾਨੂੰ ਐਪਲੀਕੇਸ਼ਨ ਦਾ ਫਾਰਮੈਟ ਵੀ ਹੁਣ ਕਲੀਅਰ ਹੋ ਗਿਆ ਕਿ ਕਿਸ ਤਰ੍ਹਾਂ ਅਸੀਂ ਐਪਲੀਕੇਸ਼ਨ ਲਿਖਣੀ ਆ। ਤੇ ਹੁਣ ਅਸੀਂ ਕਰਾਂਗੇ ਲਰਨਿੰਗ ਟੂ ਯੂਜ਼ ਲੈਂਗੁਏਜ, ਕਿ ਅਸੀਂ ਹੁਣ ਇਹ ਦੇਖਾਂਗੇ ਕਿ 4 ਲਾਈਨ ਵਾਲੀ ਪੋਇਮ ਹੈ ਕਿਸ ਤਰ੍ਹਾਂ ਲਿਖੀ ਜਾਂਦੀ ਹੈ ਤੇ ਕੀ ਹੁੰਦੀ ਹੈ। ਜਿਵੇਂ ਕਿ ਐਗਜ਼ਾਮਪਲ ਹੈ, ਮਾਈ ਹੋਮ ਇਜ਼ ਅ ਬ੍ਰਿਕ ਹਾਊਸ, ਕਿ ਮੇਰਾ ਘਰ ਹੈ ਇੱਟਾਂ ਤੋਂ ਬਣਿਆ ਘਰ ਹੈ। ਵੇਅਰ ਇਟਸ ਵਾਰਮ ਐਂਡ ਸੇਫ ਟੂ ਬੀ, ਤੇ ਮੇਰੇ ਘਰ ਵਿੱਚ ਨਿੱਘ ਵੀ ਮਿਲਦੀ ਹੈ ਤੇ ਉਹ ਸੇਫ ਵੀ ਹੈ। ਆਈ ਵਿਸ਼ ਆਲ ਦ ਵਰਲਡਸ ਚਿਲਡਰਨ ਕੁਡ ਬੀ ਲੱਕੀ ਲਾਈਕ ਮੀ, ਤੇ ਮੈਂ ਇਹ ਚਾਹੁੰਦਾ ਕਿ ਦੁਨੀਆ ਦੇ ਸਾਰੇ ਬੱਚੇ ਮੇਰੇ ਜਿੰਨੇ ਹੀ ਲੱਕੀ ਹੋਣ, ਕਿ ਸਾਰਿਆਂ ਕੋਲ ਆ ਮੇਰੇ ਘਰ ਵਰਗਾ ਹੀ ਘਰ ਹੋਵੇ। ਤੇ ਇਸ ਦਾ ਅਰਥ ਹੈ। ਤੇ ਇਹ ਤਾਂ ਸੀਗੀ 4 ਲਾਈਨ ਪੋਇਮ। ਤੇ ਐਕਟੀਵਿਟੀ 14 ਵਿੱਚ ਕੀ ਕਰਨਾ, ਯੂਜ਼ ਸਮ ਆਫ ਦ ਫੋਲੋਇੰਗ ਵਰਡਸ, ਫਰੇਸਿਸ ਔਰ ਐਨੀ ਅਦਰ ਯੂ ਲਾਈਕ ਟੂ ਰਾਈਟ ਯੋਰ ਓਨ 4 ਲਾਈਨ ਪੋਇਮ। ਤੇ ਥੱਲੇ ਸਾਨੂੰ ਕੁਝ ਹਿੰਟਸ ਦਿੱਤੇ ਗਏ ਹਨ, ਜਾਂ ਅਸੀਂ ਆਪਣੇ ਸ਼ਬਦ ਵੀ ਬਣਾ ਕੇ 4 ਲਾਈਨਸ ਦੀ ਪੋਇਮ ਹੈ ਉਹ ਲਿਖ ਸਕਦੇ ਹਾਂ। ਤੇ ਅਸੀਂ ਵੀ ਇੱਕ ਪੋਇਮ ਬਣਾਈ ਹੈ। ਰੇਨਬੋ ਰੇਨਬੋ ਵੈਰੀ ਕਲਰਫੁਲ, it is also very beautiful. Colors of rainbow are like flowers, remind us of the shining stars.